ਵਿਰੋਧੀਆਂ ਦੇ ਹੰਗਾਮੇ ਦੇ ਵਿਚਾਲੇ ਰਾਜ ਸਭਾ ਦੇ ਵਿੱਚ ਗਰਜੇ ਪ੍ਰਧਾਨ ਮੰਤਰੀ ਮੋਦੀ। ਕਿਹਾ ਇੱਕ ਇਕੱਲਾ ਕਿੰਨਿਆਂ ਤੇ ਭਾਰੀ, ਜਿੰਨਾ ਚਿੱਕੜ ਉਛਾਲੋਗੀ ਉਨਾ ਹੀ ਖਿੜੇਗਾ ਕਮਲ। ਪੁਲਿਸ ਨੇ ਚੰਡੀਗੜ੍ਹ ਬਾਰਡਰ ਤੇ ਰੋਕਿਆ ਇਨਸਾਫ ਮੋਰਚੇ ਦਾ 31 ਮੈਂਬਰੀ ਜਥਾ। ਸੜਕ ਤੇ ਬੈਠੇ ਪ੍ਰਦਰਸ਼ਨਕਾਰੀ ਸਤਨਾਮ ਵਾਹਿਗੁਰੂ ਦਾ ਕੀਤਾ ਜਾ ਰਿਹਾ ਜਾਪ। ਚੰਡੀਗੜ੍ਹ ਹਿੰਸਾ ਮਾਮਲੇ ਦੇ ਵਿੱਚ ਵੱਡਾ ਐਕਸ਼ਨ। ਚੰਡੀਗੜ੍ਹ ਅਤੇ ਪੰਜਾਬ ਪੁਲਿਸ ਨੇ ਦਰਜ ਕੀਤੇ ਮਾਮਲੇ। ਇਰਾਦਾ ਕਤਲ ਦੀਆਂ ਲਾਈਆਂ ਧਾਰਾਵਾਂ। ਚੰਡੀਗੜ੍ਹ ਪੁਲਿਸ ਨੇ ਜਗਤਾਰ ਹਵਾਰਾ ਦੇ ਧਰਮੀ ਪਿਤਾ ਸਣੇ 7 ਪ੍ਰਬੰਧਕਾਂ ਨੂੰ ਕੀਤਾ ਨਾਮਜ਼ਦ। ਚੰਡੀਗੜ੍ਹ ਪੁਲਿਸ ਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨ ਨੂੰ ਦੱਸਿਆ ਖਾਲਿਸਤਾਨ ਪੱਖੀ। FIR ਦੇ ਵਿੱਚ ਕਿਹਾ 12 ਪ੍ਰੋ ਖਾਲਿਸਤਾਨ ਜਥੇਬੰਦੀਆਂ ਦਾ ਇਕੱਠ। ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਦੇ ਨਾਅਰੇ ਵੀ ਲਗਾਏ। ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਕੀਤਾ ਗਿਆ ਜਾਨਲੇਵਾ ਹਮਲਾ। FIR ਦੇ ਵਿੱਚ ਕਿਹਾ ਤਲਵਾਰਾਂ ਗੰਡਾਸਿਆਂ ਦੇ ਨਾਲ ਕੀਤਾ ਹਮਲਾ। ਜੇ ਪੁਲਿਸ ਕਰਮੀ ਜਾਨ ਬਚਾ ਕੇ ਨਾ ਭੱਜਦੇ ਤਾਂ ਜਾਨੋਂ ਮਾਰ ਦਿੰਦੇ ਪ੍ਰਦਰਸ਼ਨਕਾਰੀ। ਕੌਮੀ ਇਨਸਾਫ ਮੋਰਚੇ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਸਮਰਥਨ। 20 ਫਰਵਰੀ ਨੂੰ ਧਰਨੇ ਦੇ ਵਿੱਚ ਸ਼ਾਮਲ ਹੋਵੇਗਾ SKM ਦਾ ਇੱਕ ਜਥਾ। ਬੰਦੀ ਸਿੱਖਾਂ ਦੀ ਰਿਹਾਈ ਲਈ ਬੁਲੰਦ ਕਰਨਗੇ ਆਵਾਜ਼। ਰਾਮ ਰਹੀਮ ਦੀ ਪੈਰੋਲ ਦੇ ਖਿਲਾਫ SGPC ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ। ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ। 21 ਫਰਵਰੀ ਤੱਕ ਮੰਗਿਆ ਜਵਾਬ। 700 ਸਾਬਕਾ ਸਰਪੰਚਾਂ ਵੱਲੋਂ 30 ਕਰੋੜ ਦਾ ਘਪਲਾ ਕੀਤੇ ਜਾਣ ਦਾ ਖਰਚਾ। ਪੰਚਾਇਤੀ ਰਾਜ ਸੰਸਥਾਵਾਂ ਦੀ ਸਾਲਾਨਾ ਤਕਨੀਕੀ ਨਿਰੀਖਣ ਰਿਪੋਰਟ ਦੇ ਵਿੱਚ ਹੋਇਆ ਖੁਲਾਸਾ। ਸਰਕਾਰ ਨੇ 15 ਫਰਵਰੀ ਤੱਕ ਮੰਗੀ ਰਿਪੋਰਟ। ਜਲੰਧਰ 'ਚ ਅਮੀਰਜ਼ਾਦੇ ਦੀ ਗੁੰਡਾਗਰਦੀ। ਸਾਈਡ ਨਾ ਮਿਲਣ ਤੇ ਕਾਰ ਸਵਾਰ ਨੂੰ ਕੱਢੀਆਂ ਗਾਲਾਂ, ਫਿਰ ਟੱਕਰ ਮਾਰ ਕੇ ਹੋ ਗਿਆ ਫਰਾਰ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਵਿਆਹ ਕੱਲ੍ਹ। NRI ਕਿਰਨਦੀਪ ਕੌਰ ਦੇ ਨਾਲ ਲੈਣਗੇ ਲਾਵਾਂ। ਨਕੋਦਰ ਦੇ ਪਿੰਡ ਕੁਲਾੜ ਦੇ ਨਾਲ ਸੰਬੰਧਿਤ ਹੈ ਕੁੜੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। 15 ਕਿਲੋ ਹੈਰੋਇਨ ਸਣੇ ਇੱਕ ਨਾਬਾਲਗ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੇ ਕੋਲੋਂ 8.4 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਅਸਲ ਨਸ਼ੇ ਦੀ ਸਪਲਾਈ ਕੀਤੀ ਜਾਣੀ ਸੀ। NDPS ਦੇ ਤਹਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਪਾਕਿਸਤਾਨ ਤੋਂ ਦਰਅਸਲ ਹੈਰੋਇਨ ਮੰਗਵਾਈ ਗਈ ਸੀ। DGP ਪੰਜਾਬ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ ਅੰਮ੍ਰਿਤਸਰ ਪੁਲਿਸ ਨੂੰ ਇਹ ਵੱਡੀ ਕਾਮਯਾਬੀ, ਵੱਡੀ ਸਫਲਤਾ ਹਾਸਲ ਹੋਈ, ਜਿੱਥੇ ਕਿ 15 ਕਿਲੋ ਹੈਰੋਇਨ ਸਣੇ ਇੱਕ ਨਾਬਾਲਗ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਦੇ ਕੋਲੋਂ 8.4 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਾਬਾਲਗ ਦੇ ਵੱਲੋਂ, ਇਸ ਤਸਕਰ ਦੇ ਵੱਲੋਂ ਨਸ਼ੇ ਦੀ ਸਪਲਾਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾਣੀ ਸੀ। NDPS ਦੇ ਤਹਿਤ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਤੋਂ ਦਰਅਸਲ ਹੈਰੋਇਨ ਮੰਗਵਾਈ ਗਈ ਸੀ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਵੱਖ-ਵੱਖ ਪੈਕਟਾਂ ਦੇ ਵਿੱਚ ਦਰਅਸਲ ਇਹ ਹੈਰੋਇਨ ਹੈ ਕਿ 15 ਕਿਲੋ ਹੈਰੋਇਨ ਜਿਹੜੀ ਕਿ ਇੱਕ ਨਾਬਾਲਗ ਸਣੇ ਇਸ ਨੂੰ ਜਿੱਥੇ ਗ੍ਰਿਫਤਾਰ ਕੀਤਾ ਗਿਆ, ਉਸ ਦੇ ਕੋਲੋਂ 15 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਤੇ ਮੁਲਜ਼ਮ ਦੇ ਕੋਲੋਂ 8.4 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਪੰਜਾਬ ਦੇ DGP ਵੱਲੋਂ ਟਵੀਟ ਕਰਕੇ ਦਰਅਸਲ ਇਹ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਰੱਗ ਦੇ ਖਿਲਾਫ, ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ। ਚਾਹੇ ਉਹ ਵੱਖ-ਵੱਖ ਸਰਹੱਦੀ ਇਲਾਕਿਆਂ ਦੀ ਗੱਲ ਹੋਵੇ, ਚਾਹੇ ਹੋਰਨਾਂ ਜ਼ਿਲ੍ਹਿਆਂ ਦੀ ਗੱਲ ਹੋਵੇ, ਲਗਾਤਾਰ ਇਸ ਤਰ੍ਹਾਂ ਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਸੋ ਅੰਮ੍ਰਿਤਸਰ ਜਿਹੜਾ ਕਿ ਸਰਹੱਦੀ ਇਲਾਕਾ ਹੈ ਤੇ ਇਸੇ ਸਰਹੱਦੀ ਇਲਾਕੇ ਦੇ ਵਿੱਚ 15 ਕਿਲੋ ਹੈਰੋਇਨ ਸਣੇ ਇੱਕ ਨਾਬਾਲਗ ਨੂੰ ਕਾਬੂ ਕੀਤਾ ਹੈ ਤੇ ਮੁਲਜ਼ਮ ਦੇ ਕੋਲੋਂ 8.4 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਸ਼ੇ ਦੀ ਸਪਲਾਈ ਕੀਤੀ ਜਾਣੀ ਸੀ। ਸੋ ਆਖਿਰਕਾਰ ਇੱਕ ਨਾਬਾਲਗ ਨੂੰ ਜਿੱਥੇ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ, ਉੱਥੇ 15 ਕਿਲੋ ਹੈਰੋਇਨ ਬਰਾਮਦ ਹੋਈ ਹੈ ਤੇ ਮੁਲਜ਼ਮ ਦੇ ਕੋਲੋਂ 8.4 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਕੌਮੀ ਇਨਸਾਫ ਮੋਰਚੇ ਦੀ। ਧਰਨੇ ਤੋਂ ਬਾਅਦ ਇਨਸਾਫ ਮੋਰਚੇ ਦੀ ਵਾਪਸੀ ਹੋ ਗਈ ਹੈ। ਧਰਨੇ ਤੋਂ ਵਾਪਸ ਮੋਰਚਾ ਮੁੜ ਲੱਗਿਆ। ਚੰਡੀਗੜ੍ਹ ਬਾਰਡਰ ਤੇ ਦਰਅਸਲ ਇਨਸਾਫ ਮੋਰਚਾ ਰੁਕਿਆ ਹੋਇਆ ਸੀ। ਕਰੀਬ 2 ਘੰਟੇ ਤੱਕ ਸੜਕ ਤੇ ਬੈਠ ਕੇ ਹੀ 31 ਮੈਂਬਰੀ ਜਥੇ ਦੇ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਤੇ ਉਸ ਤੋਂ ਬਾਅਦ ਚ ਹੁਣ ਜਥੇ ਦੀ ਮੋਰਚੇ ਵਾਲੀ ਜਗ੍ਹਾ ਤੇ, ਜਿੱਥੇ ਕਿ ਕੌਮੀ ਇਨਸਾਫ ਮੋਰਚਾ ਪਿਛਲੇ ਕਰੀਬ 1 ਮਹੀਨੇ ਤੋਂ ਲਗਾਤਾਰ ਮੋਰਚਾ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਤੇ ਉਸ ਮੋਰਚੇ ਤੇ 31 ਮੈਂਬਰੀ ਜਥੇ ਦੀ ਵਾਪਸੀ ਹੋ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਜਿਵੇਂ ਇਸ ਦੀ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ 'ਚ ਰਸਤੇ ਦੇ ਵਿੱਚ ਹੀ ਚੰਡੀਗੜ੍ਹ ਬੈਰੀਕੇਡ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਰਸਤੇ ਦੇ ਵਿੱਚ ਰੋਕ ਦਿੱਤਾ ਗਿਆ ਸੀਗਾ ਤੇ ਉੱਥੇ 31 ਮੈਂਬਰੀ ਜਥੇ ਨੇ ਰਸਤੇ ਦੇ ਵਿੱਚ ਸੜਕ ਤੇ ਬੈਠ ਕੇ ਹੀ ਸਤਨਾਮ ਵਾਹਿਗੁਰੂ ਦਾ ਕਰੀਬ 2 ਘੰਟੇ ਤੱਕ ਜਾਪ ਕੀਤਾ ਗਿਆ। ਸਿੱਧੀਆਂ ਲਾਈਵ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੋਂ ਕਿ ਹੁਣ ਮੋਰਚੇ ਦੀ ਵਾਪਸੀ ਹੋਵੇਗੀ। ਦਰਅਸਲ ਅੱਜ ਬੜੀ ਬਰੀਕੀ ਦੇ ਨਾਲ ਪੂਰੀ ਪਹਿਚਾਣ ਕਰਕੇ 31 ਮੈਂਬਰੀ ਜਥੇ ਨੂੰ ਉੱਥੋਂ ਰਵਾਨਾ ਕੀਤਾ ਗਿਆ ਤਾਂ ਕਿ 31 ਮੈਂਬਰ ਤੋਂ ਇਲਾਵਾ ਹੋਰ ਕੋਈ ਵੀ ਇਸ ਜਥੇ ਦੇ ਵਿੱਚ ਸ਼ਾਮਲ ਨਾ ਹੋ ਸਕੇ, ਕੋਈ ਸ਼ਰਾਰਤੀ ਅੰਸਰ ਸ਼ਾਮਲ ਨਾ ਹੋ ਸਕੇ, ਕਿਉਂਕਿ ਜਿਸ ਤਰ੍ਹਾਂ ਦੀ ਕੱਲ ਹਿੰਸਾ ਵਾਲੀਆਂ ਤਸਵੀਰਾਂ ਇੱਥੋਂ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ 'ਚ ਮੋਰਚੇ ਵੱਲੋਂ ਆਪਣੇ ਪੱਧਰ ਤੇ ਡਿਸਪਲਿਨ ਕਮੇਟੀ ਬਣਾਈ ਗਈ ਤੇ ਉਸ ਤੋਂ ਬਾਅਦ 'ਚ ਇੱਕ ਮੈਂਬਰ ਦੀ ਇੱਕ ਆਗੂ ਦੀ ਪਹਿਚਾਣ ਕਰਕੇ 31 ਮੈਂਬਰੀ ਜਥੇ ਨੂੰ ਮੋਰਚੇ ਵਾਲੀ ਜਗ੍ਹਾ ਤੋਂ ਰਵਾਨਾ ਕੀਤਾ ਗਿਆ। ਤੇ ਜਿਵੇਂ ਹੀ ਮੋਰਚਾ ਲਗਾਤਾਰ ਅੱਗੇ ਵਧਿਆ ਤੇ ਚੰਡੀਗੜ੍ਹ ਪੁਲਿਸ ਦੇ ਬੈਰੀਕੇਡਿੰਗ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੂੰ ਰਸਤੇ ਦੇ ਵਿੱਚ ਰੋਕ ਦਿੱਤਾ ਗਿਆ ਤੇ ਉੱਥੇ ਕਰੀਬ 2 ਘੰਟੇ ਤੱਕ ਸਤਨਾਮ ਵਾਹਿਗੁਰੂ ਦਾ 31 ਮੈਂਬਰੀ ਜਥੇ ਦੇ ਵੱਲੋਂ ਜਾਪ ਕੀਤਾ ਗਿਆ, ਕਿਉਂਕਿ ਮੋਰਚੇ ਦਾ ਕਹਿਣਾ ਹੈਗਾ ਤੇ 2 ਘੰਟੇ ਤੱਕ ਉੱਥੇ ਜਾਪ ਕੀਤਾ ਜਾਵੇਗਾ। ਜੇਕਰ ਪੁਲਿਸ ਨੇ ਕੋਈ ਕਾਰਵਾਈ ਕਰਨੀ, ਕਿਸੇ ਨੂੰ ਹਿਰਾਸਤ ਵਿੱਚ ਲੈ ਸਕਦਾ, ਨਹੀਂ ਤਾਂ 2 ਘੰਟੇ ਬਾਅਦ 'ਚ ਮੋਰਚੇ ਵਾਲੀ ਜਗ੍ਹਾ ਤੇ ਇਸ 31 ਮੈਂਬਰੀ ਜਥੇ ਦੀ ਵਾਪਸੀ ਹੋ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਸ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਬੇਅਦਬੀ ਮਾਮਲੇ ਸਣੇ 328 ਸਰੂਪਾਂ ਦੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਸਿੱਧੀਆਂ ਤੁਹਾਨੂੰ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਬਿਲਕੁਲ ਚੰਡੀਗੜ੍ਹ ਬਾਰਡਰ ਦੇ ਨਾਲ ਲੱਗਦੇ ਇਲਾਕੇ ਦੀਆਂ, ਜਿੱਥੇ ਕਿ ਸੜਕ ਤੇ ਬੈਠ ਕੇ ਲਗਾਤਾਰ 31 ਮੈਂਬਰੀ ਜਥੇ ਦੇ ਵੱਲੋਂ ਪਹਿਲਾਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਤੇ ਹੁਣ ਅਰਦਾਸ ਕਰਨ ਤੋਂ ਬਾਅਦ ਇੱਥੋਂ ਮੁੜ ਤੋਂ ਵਾਪਸੀ ਹੋਵੇਗੀ 31 ਮੈਂਬਰੀ ਜਥੇ ਦੀ, ਜਿੱਥੇ ਕਿ ਮੋਰਚਾ ਲਗਾਇਆ ਹੋਇਆ ਕੌਮੀ ਇਨਸਾਫ ਮੋਰਚਾ ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜਾ ਮੋਰਚਾ ਚੱਲ ਰਿਹਾ, ਵੱਖ-ਵੱਖ ਮੰਗਾਂ ਨੂੰ ਲੈ ਕੇ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਕਿਉਂਕਿ ਲਗਾਤਾਰ 6 ਤਰੀਕ ਤੋਂ ਲੈ ਕੇ ਲਗਾਤਾਰ 31 ਮੈਂਬਰੀ ਜਥਾ ਹੈ ਚੰਡੀਗੜ੍ਹ ਵਾਲੇ ਪਾਸੇ ਰਵਾਨਾ ਹੁੰਦਾ। ਜਿਵੇਂ ਕੱਲ ਹੀ ਇਹ ਮੈਂਬਰ 31 ਮੈਂਬਰੀ ਜਥਾ ਰਵਾਨਾ ਹੋਇਆ, ਚੰਡੀਗੜ੍ਹ ਬਾਰਡਰ ਦੇ ਬਿਲਕੁਲ ਨੇੜੇ ਪਹੁੰਚਿਆ, ਬੈਰੀਕੇਡਿੰਗ ਦੇ ਕੋਲ ਪਹੁੰਚਿਆ ਤੇ ਇਸ ਦੌਰਾਨ ਹਿੰਸਕ ਜਿਹੜਾ ਪ੍ਰਦਰਸ਼ਨ ਹੋਇਆ, ਹਿੰਸਕ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ, ਉਸ ਤੋਂ ਬਾਅਦ 'ਚ ਪੰਜਾਬ ਪੁਲਿਸ ਨੂੰ ਆਪਣੇ ਪੱਧਰ ਤੇ, ਚੰਡੀਗੜ੍ਹ ਪੁਲਿਸ ਨੂੰ ਆਪਣੇ ਪੱਧਰ ਤੇ ਜਿਹੜੀ ਕਾਰਵਾਈ ਵੀ ਕੀਤੀ ਗਈ ਹੈ, FIR ਤੱਕ ਵੀ ਦਰਜ ਕੀਤੀ ਗਈ ਹੈ ਤੇ ਅਜਿਹੀ ਨੌਬਤ ਮੁੜ ਨਾ ਆਵੇ, ਇਸ ਤਰ੍ਹਾਂ ਦਾ ਮਾਹੌਲ ਨਾ ਬਣੇ, ਇਸੇ ਨੂੰ ਲੈ ਕੇ ਮੋਰਚੇ ਵੱਲੋਂ ਪਹਿਲਾਂ ਹੀ ਅਗਾਊਂ ਆਪਣੇ ਵੱਲੋਂ ਆਪਣੇ ਪੱਧਰ ਤੇ ਪ੍ਰਬੰਧ ਕੀਤੇ ਗਏ। ਡਿਸਪਲਿਨ ਬਕਾਇਦਾ ਕਮੇਟੀ ਬਣਾਈ ਜਾਂਦੀ ਹੈ ਤੇ ਉਸ ਕਮੇਟੀ ਦੇ ਵੱਲੋਂ 31 ਮੈਂਬਰ ਨੇ ਜਿਹੜੇ ਇਕੱਲੇ ਮੈਂਬਰ ਦੀ ਬਕਾਇਦਾ ਪਹਿਚਾਣ ਕਰਕੇ ਮੋਰਚੇ ਵਾਲੀ ਜਗ੍ਹਾ ਤੋਂ ਇਸ ਦੀ ਸ਼ੁਰੂਆਤ ਹੁੰਦੀ ਹੈ 2 ਘੰਟੇ ਪਹਿਲਾਂ ਹੀ ਤੇ ਉਸ ਤੋਂ ਬਾਅਦ ਜਿਵੇਂ ਹੀ ਰਸਤੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਮੋਰਚੇ ਨੂੰ ਰੋਕਿਆ ਜਾਂਦਾ ਹੈ ਤਾਂ ਲਗਾਤਾਰ 2 ਘੰਟੇ ਤੱਕ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਂਦਾ। ਸਿੱਧੀਆਂ ਤੁਹਾਨੂੰ ਲਾਈਵ ਤਸਵੀਰਾਂ ਹੁਣ ਵਿਖਾ ਰਹੇ ਹਾਂ। ਥੋੜੀ ਦੇਰ ਦੇ ਵਿੱਚ ਇਸ ਮੋਰਚੇ ਦੀ 31 ਮੈਂਬਰੀ ਜਥੇ ਦੀ ਇਸ ਜਗ੍ਹਾ ਤੋਂ ਵਾਪਸੀ ਹੋਵੇਗੀ ਮੋਰਚੇ ਵਾਲੀ ਜਗ੍ਹਾ ਤੇ, ਕਿਉਂਕਿ ਲਗਾਤਾਰ ਮੰਗ ਇਹ ਕੀਤੀ ਜਾ ਰਹੀ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਕੀਤੀ ਜਾਵੇ, 328 ਸਰੂਪਾਂ ਦੇ ਮਾਮਲੇ ਦੇ ਵਿੱਚ, ਬੇਅਦਬੀ ਮਾਮਲੇ ਦੇ ਵਿੱਚ ਇਨਸਾਫ ਦਿੱਤਾ ਜਾਵੇ। ਇਸੇ ਮੰਗ ਨੂੰ ਲੈ ਕੇ ਲਗਾਤਾਰ 31 ਮੈਂਬਰੀ ਜਥੇ ਦੇ ਵੱਲੋਂ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰ ਰੋਜ਼ ਮੋਰਚੇ ਵਾਲੀ ਜਗ੍ਹਾ ਤੋਂ ਇਹ 31 ਮੈਂਬਰੀ ਜਥਾ ਇਸੇ ਤਰ੍ਹਾਂ ਰਵਾਨਾ ਹੁੰਦਾ ਹੈ ਤੇ ਅੱਜ ਵੀ ਮੋਰਚੇ ਨੂੰ ਇਹ ਕਿਹਾ ਗਿਆ ਸੀਗਾ ਕਿ ਉੱਥੇ ਬੈਠ ਕੇ ਉਹਨਾਂ ਦੇ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਵੇਗਾ। ਜੇਕਰ ਪੁਲਿਸ ਨੇ ਕੋਈ ਕਾਰਵਾਈ ਕਰਨੀ ਹੈ, ਕਿਸੇ ਨੂੰ ਹਿਰਾਸਤ ਵਿੱਚ ਲੈਣਾ ਤੇ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ। ਉਸ ਤੋਂ ਬਾਅਦ 'ਚ ਜਿਹੜੀ ਆ ਆਖਰੀ 2 ਘੰਟੇ ਬਾਅਦ ਵਾਪਸੀ ਹੋ ਜਾਵੇਗੀ। ਬਸ ਹੁਣ ਕੁਝ ਹੀ ਸਮੇਂ ਬਾਅਦ ਜਿੱਥੋਂ ਮੋਰਚੇ ਵਾਲੀ ਜਗ੍ਹਾ ਤੇ ਇਸ 31 ਮੈਂਬਰੀ ਜਥੇ ਦੀ ਵਾਪਸੀ ਹੋਵੇਗੀ। ਬਾਬਾ ਜੀ ਅੱਜ ਕਿਉਂਕਿ ਮੈਂਬਰ ਇੱਥੇ ਤੱਕ ਪਹੁੰਚੇ ਨੇ, ਕਰਦੇ ਉਸ ਤੋਂ ਤੋਂ ਬਾਅਦ 1 ਮਿੰਟ ਪਹਿਲਾਂ ਮੀਡੀਅਮ ਬੇਨਤੀ ਆ, ਸੈਟਿੰਗ ਕਰ ਲਓ ਜੀ। ਕੋਈ ਨਹੀਂ ਜੀ ਹਾਂ ਜੀ ਬੋਲੋ ਜੀ ਰੋਲਾ ਬੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ 31 ਮੈਂਬਰੀ ਜਥਾ ਇੱਥੇ ਭੇਜਿਆ ਗਿਆ ਸੀ, ਜਿਹੜੇ ਜਥੇ ਨੇ ਜਾ ਕੇ ਭਗਵੰਤ ਮਾਨ ਦੀ ਕੋਠੀ ਮੂਹਰੇ ਨਾਮ ਸਿਮਰਨ ਕਰਨਾ ਸੀ, ਪਰ ਸਾਨੂੰ ਇੱਥੇ ਹੀ ਬਾਰਡਰ ਤੇ ਰੋਕ ਦਿੱਤਾ ਗਿਆ ਹੈ। ਬੜਾ ਹੀ ਇੱਕ ਤਾਂ ਹਾਸਾ ਵੀ ਆਉਂਦਾ ਹੈ ਤੇ ਇੱਕ ਐਸੀ ਸਰਕਾਰ ਹੈ ਵੀ 31 ਬੰਦਿਆਂ ਤੋਂ ਵੀ ਡਰ ਗਈ ਵੀ ਤੁਹਾਡੇ ਕੋਲ ਤਾਂ ਹਜ਼ਾਰਾਂ ਫੋਰਸਾਂ ਬੈਠੀਆਂ ਹਨ। ਕੀ ਅਸੀਂ ਭਗਵੰਤ ਮਾਨ ਦੇ ਗਲ ਪੈਣਾ ਸੀ ਜਾਂ ਉਹਨੂੰ ਗਾਲ ਕੱਢਣੀ ਸੀ ਜਾਂ ਮਾੜਾ ਕਹਿਣਾ ਸੀ? ਜੇ ਉਹਦੇ ਘਰ ਮੂਹਰੇ ਜਾ ਕੇ ਸਿਮਰਨ ਕਰਨਾ ਸੀ ਤੇ ਉਹਦਾ ਵੀ ਭਲਾ ਹੁੰਦਾ। ਇਹ ਜਾਬਰ ਸਰਕਾਰਾਂ ਹੁੰਦੀਆਂ ਪੱਤਰਕਾਰ ਵੀਰੋ, ਜਿਹੜੇ ਜਾਬਰ ਹੁੰਦੇ ਨਾ ਉਹ ਸਬਰ ਨੂੰ ਵੀ ਨਹੀਂ ਬਰਦਾਸ਼ਤ ਕਰਦੇ, ਨਾ ਰੱਬ ਦੇ ਨਾਮ ਨੂੰ ਬਰਦਾਸ਼ਤ ਕਰਦੇ ਆ। ਉਹ ਆਪਣੇ ਇੱਕ ਰਾਜ ਹਟਾਉਂਦਾ ਵੀ ਹਮ ਰਾਜੇ ਹੈ, ਕਿਸੇ ਦੀ ਸੁਣਨੀ ਨਹੀਂ ਤੇ ਇਹਨਾਂ ਨੂੰ ਸੁਣਨੀ ਪਊਗੀ। ਅਸੀਂ ਰੋਜ਼ ਆਏ ਕਰਾਂਗੇ, ਨਾਮ ਸਿਮਰਨ ਕਰੇ ਕਰਾਂਗੇ, ਕਦੇ ਤਾਂ ਰੱਬ ਇਹਨਾਂ ਸਮਤ ਬਖਸ਼ੂ ਤੇ ਸ਼ਾਂਤੀ ਨਾਲ ਬੈਠੇ ਆ।
ਜੇ ਜਿਹੜਾ ਕੱਲ ਦਾ ਵਰਤਾਰਾ ਹੋਇਆ ਸਰਕਾਰ ਵੱਲੋਂ ਬਾਬਾ ਜੀ ਅੱਜ ਦਾ ਦੱਸ ਦਿਓ, ਅੱਜ ਦਾ ਤੁਸੀਂ ਆਪਸ਼ਨ ਦਿੱਤਾ ਸੀਗਾ ਉਹਨਾਂ ਨੂੰ ਵੀ ਗਿਣਤੀ ਹਾਂਜੀ ਅੱਜ ਅਸੀਂ ਤਾਂ ਹੀ ਵੇਟ ਕਰ ਰਹੇ ਸੀ। ਅੱਜ ਤੁਹਾਨੂੰ ਦੱਸਣਾ ਅੱਜ ਅਸੀਂ ਤਾਂ ਹੀ 2 ਘੰਟੇ ਵੇਟ ਕਰਦੇ ਰਹੇ ਆ। ਉਹ ਕਹਿੰਦੇ ਹੁਣ ਦੱਸਦੇ ਆ ਤੁਹਾਨੂੰ, ਫਿਰ ਕਦੇ 5 ਲੈ ਜਾਂਦੇ ਆ ਕਦੇ ਕੁਝ। ਉਹ ਝੂਠੀ ਗੱਲਾਂ ਜੀ, ਲੋਲੀਪੌਪ ਦੇ ਰਹੇ ਸੀ, ਸਮਝ ਤਾਂ ਅਸੀਂ ਵੀ ਰਹੇ ਸੀ। ਹੁਣ ਉਹ ਸਾਡੇ ਤੋਂ ਡਰ ਰਹੇ ਆ। ਡਰਦਾ ਕੌਣ ਹੈ? ਝੂਠਾ ਮਕਾਰ ਬੰਦਾ। ਹੁਣ ਫੈਸਲਾ ਕੀ ਹੈ ਜੀ? ਹੁਣ ਫੈਸਲਾ ਹੈ ਅਸੀਂ ਕੱਲ ਨੂੰ ਫੇਰ ਆਵਾਂਗੇ, ਅਸੀਂ ਰੋਜ਼ ਆਏ ਕਰਨ। ਹੁਣ ਜਿਹੜੀ ਲਾਸਟ ਗੱਲ ਹੋਈ ਹੈ ਤੁਹਾਨੂੰ ਕੀ ਕਿਹਾ ਗਿਆ ਇੱਥੇ ਬਾਬਾ ਜੀ? ਹਾਂਜੀ ਟੈਨਸ਼ਨ ਹੋਣੀ ਹੈ ਤੁਹਾਡੀ ਗ੍ਰਿਫਤਾਰੀ? ਨਹੀਂ ਕਰ ਰਹੇ ਜੀ, ਡਰਦੇ ਆ ਜੀ। ਮੋਰਚੇ ਵੱਲ ਵਾਪਸ ਜਾ ਰਹੇ ਹੋ? ਹਾਂ ਅਸੀਂ ਮੋਰਚੇ ਵੱਲ ਵਾਪਸ ਜਾ ਰਹੇ ਹਾਂ। ਜੋ ਪ੍ਰਬੰਧਕਾਂ ਦਾ ਸਾਨੂੰ ਹੁਕਮ ਹੋਏਗਾ। ਦੇਖੋ ਮੈਂ ਤੁਹਾਨੂੰ ਗੱਲ ਦੱਸਦਾ, ਜਿਹੜੀ ਇਹ ਜਾਬਰ ਸਰਕਾਰ ਹੁੰਦੀ ਹੈ ਨਾ, ਜਿਹੜੇ ਰਾਜ ਹੱਥ ਵਾਲੇ ਹੁੰਦੇ ਆ, ਇਹ ਗੱਲ ਨਹੀਂ ਕਰਦੇ। ਇਹ ਆਮ ਜਨਤਾ ਨੂੰ, ਚਾਹੇ ਤੁਸੀਂ ਪੱਤਰਕਾਰ ਵੀਰ ਹੋ ਚਾਹੇ ਪੁਲਿਸ ਵਾਲੇ ਹੋ, ਸਾਨੂੰ ਇਹ ਕੀੜੇ ਮਕੌੜੇ ਸਮਝਦੇ ਆ। ਕਿਉਂਕਿ ਸੀਐਮ ਬਣ ਗਿਆ, ਸੀਐਮ ਤਾਂ ਬਣਾਇਆ ਤਾਂ ਸੀ ਹੈ। ਭਗਵੰਤ ਮਾਨ ਉਹੀ ਹੈ, ਸਾਡੇ ਗੁਰਬਖਸ਼ ਸਿੰਘ ਕੋਲ ਆ ਕੇ ਬੈਠਦਾ ਸੀ ਵੀ ਮੈਂ ਬੰਦੀ ਸਿੰਘਾਂ ਦੀ ਰਿਹਾਈ ਮੰਗਦਾ, ਮੈਂ ਤੁਹਾਡੇ ਨਾਲ ਖੜਿਆ ਜੀ। ਹੁਣ ਉਹ ਜ਼ਮਾਨ ਕਿੱਥੇ ਗਈ? ਇਹ ਲੱਗਿਆ ਹੋਇਆ ਲਾਲਾ ਜੀ ਥੱਲੇ। ਕਾਰਨ ਕੀ ਹੈ ਜੀ? ਕਾਰ ਕੇਜਰੀਵਾਲ ਸੁਪਰ ਸੀਐਮ ਹੈ ਜੀ। ਇਹ ਤਾਂ ਵਿਚਾਰਾ ਡਬਲੂ ਵਜਾਉਣ ਵਾਲਾ ਹੈ, ਯਸ ਮੈਨ ਡਮਰੂ ਵਜਾਉਣ ਵਾਲੀ ਹੈ। ਹੁਣ 31 ਸਿੰਘ ਵਾਪਸ ਜਾਣਗੇ ਜੀ ਅਸੀਂ ਚੱਲੇ ਆ। ਜੋ ਅੱਗੇ ਸਾਡੀ ਰਣਨੀਤੀ ਹੋਈ ਤੁਹਾਨੂੰ ਛੇਤੀ ਦੱਸਾਂ। ਪਰ ਇਸ ਤੋਂ ਪਹਿਲਾਂ ਤਾਂ ਜਥੇ ਦੇ ਵਿੱਚ ਲੈ ਕੇ 31 ਨੂੰ ਜਾਂਦੇ ਰਹੇ ਆ। ਹਾਂ ਨਹੀਂ ਅੱਜ ਡਰੇ ਪਏ ਆ, ਪਤਾ ਨਹੀਂ ਸਾਡੇ ਕੋਲ ਡਰੇ ਪਏ ਆ ਜੀ। ਦੇਖੋ 31 ਦੇ ਥਾਣੇ ਵੀ ਨਹੀਂ ਖੜਿਆ ਜਾਏਗਾ। ਨਹੀਂ ਇਹਨਾਂ ਪੁੱਛੋ ਜੀ, ਤੁਸੀਂ ਇਹਨਾਂ ਪੁੱਛੋ, ਖੜੇ ਆ ਪਿੱਛੇ ਸੀਆਈਡੀ ਖੜੀ ਹੈ। ਗੱਲਬਾਤ ਤੁਹਾਡੇ ਨਾਲ ਹੋ ਹਾਂ ਡਿਪਟੀ ਸਾਹਿਬ ਵੀ ਖੜੇ ਆ ਤੇ ਮੁੱਕਰਦੇ ਹੁਣ ਜੀ ਤੇ ਕੋਲ ਵੀ ਲਾ ਕੇ ਦੇ। ਸੋ ਤੁਸੀਂ ਵਾਪਸ ਜਾਣ ਦਾ ਫੈਸਲਾ ਦੇਖੋ ਮੈਂ ਕੱਲ ਦੀ ਕਮਾਲੀ ਗੱਲ ਕਰਦਾ, ਸਾਰੇ ਪ੍ਰੈਸ ਖੜੀ ਹੈ। ਸਾਡੇ 5 ਨੁਮਾਇੰਦੇ ਸਰਕਾਰ ਨਾਲ ਬੈਠ ਕੇ ਗੱਲ ਕਰ ਰਹੇ ਸੀ, ਮੰਤਰੀ ਨਾਲ। ਠੀਕ ਹੈ ਜੀ। ਉਹਨਾਂ ਨਾਲ ਪਰਚੇ ਚ। ਅੱਛਾ ਜੀ। ਇਹਦਾ ਮਤਲਬ ਇਹ ਮੋਰਚੇ ਨੂੰ ਦਬਾਉਣਾ ਚਾਹੁੰਦੇ ਆ। ਐ ਨਹੀਂ ਦਬਦਾ ਉਦੋਂ ਸਿੰਘ ਹੈ ਗੁਰੂ ਦੇ। ਅੱਛਾ ਜੀ। ਹਾਂਜੀ ਅਸੀਂ ਆਪਣੀ ਬੰਦੀ ਸਿੰਘਾਂ ਨੂੰ ਲੈ ਕੇ ਜਾਵਾਂਗੇ, ਚਾਹੇ ਸਾਡੀ ਜਾਨ ਚਲੀ ਜਾਵੇ, ਚਾਹੇ ਸਾਡਾ ਸਭ ਕੁਝ ਖਤਮ ਹੋ ਜਾਏ। ਇਹ ਅਸੀਂ ਤੈਅ ਕੀਤਾ ਹੋਇਆ। ਬਾਬਾ ਜੀ ਅੱਗੇ ਫਿਰ ਕੀ ਰਣਨੀਤੀ ਹੋਇਆ? ਰਣਨੀਤੀ ਬਹੁਤ ਛੇਤੀ ਦੱਸਾਂਗੇ। ਦਿਨਾਂ ਦੇ ਵਿੱਚ ਫਿਰ ਇਸ ਤਰ੍ਹਾਂ ਹੀ ਅਰਦਾਸ ਬਿਲਕੁਲ ਨਹੀਂ ਬਿਲਕੁਲ ਨਵੀਂ ਰਣਨੀਤੀ ਕੋਈ ਦੱਸਾਂਗੇ, ਕੋਈ ਗੱਲ ਕਰਾਂਗੇ। ਜੋ ਵਾਪਸ ਜਾਣ ਦਾ ਜੋ ਫੈਸਲਾ ਲਿਆ ਉਹ ਤੁਸੀਂ ਕਿਉਂ ਲਿਆ? ਨਹੀਂ ਜੋ ਸਾਨੂੰ ਨਹੀਂ ਚਲੋ ਹੁਣ ਕੋਈ ਇਹ ਵੀ ਡਰੇ ਪਏ ਆ। ਅਸੀਂ ਜੋ ਸਾਡੀ ਅੱਗੇ ਰਣਨੀਤੀ ਬਣਾਵਾਂਗੇ, ਅਸੀਂ ਜਾ ਕੇ ਮੀਟਿੰਗ ਕਰਾਂਗੇ, ਅਸੀਂ ਤੁਹਾਨੂੰ ਕੱਲ ਨੂੰ ਜ਼ਰੂਰ ਦੱਸਾਂਗਾ। ਸ਼ੁਕਰੀਆ ਜੀ। ਫਿਲਹਾਲ ਦੇ ਲਈ ਵਾਪਸੀ ਜਿਹੜਾ ਫੈਸਲਾ ਲਿੱਤਾ ਗਿਆ ਹੈ ਤਾਂ ਫੈਸਲਾ ਲੈ ਲਿਆ ਗਿਆ ਜੀ, ਇੱਥੋਂ ਵਾਪਸ ਪਰਤੇਗਾ ਇਹ ਜਥਾ ਵਾਪਸ ਪਰਤੇਗਾ। ਇਸ ਨੂੰ ਲੈ ਕੇ ਫੈਸਲਾ ਲੈ ਲਿਆ ਗਿਆ ਕਿਉਂਕਿ ਪ੍ਰਸ਼ਾਸਨ ਦੇ ਨਾਲ ਜਿਸ ਤਰ੍ਹਾਂ ਗੱਲਬਾਤ ਹੋਈ, ਉਸ ਗੱਲਬਾਤ ਤੋਂ ਬਾਅਦ ਆਖਿਰ ਫੈਸਲਾ ਇਹ ਹੋਇਆ ਕਿ ਜਿਸ ਤਰ੍ਹਾਂ ਪਹਿਲਾਂ ਰਣਨੀਤੀ ਤਿਆਰ ਕੀਤੀ ਗਈ ਸੀ ਕਿ ਜੇਕਰ ਇੱਥੋਂ ਹਿਰਾਸਤ ਦੇ ਵਿੱਚ ਲੈਣਾ ਚਾਹੇਗਾ ਪ੍ਰਸ਼ਾਸਨ ਤਾਂ ਅਸੀਂ ਗ੍ਰਿਫਤਾਰੀ ਦੇਣ ਦੇ ਲਈ ਤਿਆਰ ਹਾਂ, ਪਰ ਅਗਰ ਨਹੀਂ ਤਾਂ ਇੱਥੋਂ ਵਾਪਸੀ ਹੋਵੇਗੀ। 2 ਘੰਟੇ ਸਿਮਰਨ ਕੀਤਾ ਜਾਵੇਗਾ, ਜਾਪ ਕੀਤਾ ਜਾਵੇਗਾ, ਫਿਰ ਵਾਪਸੀ ਹੋਵੇਗੀ। ਤਾਂ ਉਹੀ ਹੋਇਆ। ਪ੍ਰਸ਼ਾਸਨ, ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ, ਸੀਨੀਅਰ ਪੁਲਿਸ ਆਫੀਸਰ ਜਿਹੜੇ ਪਹੁੰਚੇ ਸੀ, ਉਹਨਾਂ ਦੇ ਨਾਲ ਗੱਲਬਾਤ ਹੋਈ, ਪਰ ਆਖਰੀ ਫੈਸਲਾ ਇਹ ਹੋਇਆ ਕਿ ਕਿਸੇ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਜਾਵੇਗਾ, ਕਿਸੇ ਨੂੰ ਡਿਟੇਨ ਨਹੀਂ ਕੀਤਾ ਜਾਵੇਗਾ, ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਔਰ ਉਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਇਹ ਜਥਾ ਇੱਥੋਂ ਵਾਪਸ ਪਰਤੇਗਾ। ਹਾਲਾਂਕਿ ਹਲੇ ਜਾਪ ਹੋ ਰਿਹਾ, ਪਰ ਕਿਉਂਕਿ ਕੁਝ ਮੀਡੀਆ ਸਾਥੀਆਂ ਨਾਲ ਹਜੇ ਗੱਲਬਾਤ ਕਰ ਰਹੇ ਨੇ, ਤਾਂ ਇਸ ਕਰਕੇ ਉਸ ਤੋਂ ਬਾਅਦ ਇੱਥੋਂ ਵਾਪਸ ਰਵਾਨਗੀ ਪਾਉਣਗੇ ਇਹ ਪੱਕੇ ਮੋਰਚੇ ਦੇ ਲਈ। ਔਰ ਨਾਲ ਇਹ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਅਸੀਂ ਹਰ ਰੋਜ਼ ਆਵਾਂਗੇ, ਉਸੇ ਤਰ੍ਹਾਂ ਆਵਾਂਗੇ ਜਿਸ ਤਰ੍ਹਾਂ ਪਿਛਲੇ 4 ਦਿਨ ਤੋਂ ਆ ਰਹੇ ਹਾਂ। ਹਰ ਰੋਜ਼ ਆਵਾਂਗੇ। ਕੋਈ ਸਾਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਕਰ ਸਕਦਾ, ਵਰਨਾ ਅਸੀਂ ਇੱਥੇ ਇਸੇ ਤਰ੍ਹਾਂ ਬੈਠਾਂਗੇ ਔਰ ਬੈਠਣ ਉਪਰੰਤ ਇੱਥੋਂ ਵਾਪਸ ਚਲੇ ਜਾਵਾਂਗੇ। ਇਹ ਫੈਸਲਾ ਜਿਹੜਾ ਹੈਗਾ ਕੀਤਾ ਗਿਆ ਸੀ, ਉਸੇ ਫੈਸਲੇ ਮੁਤਾਬਕ ਜਿਹੜਾ ਇਹ ਹੁਣ ਅਗਲਾ ਐਕਸ਼ਨ ਲਿਖਿਆ ਗਿਆ। ਹਾਲਾਂਕਿ ਅੱਗੇ ਮੋਰਚੇ ਤੇ ਫਿਰ ਤੋਂ ਮੀਟਿੰਗ ਹੋਵੇਗੀ। ਪੱਕੇ ਮੋਰਚੇ ਤੇ ਮੀਟਿੰਗ ਤੋਂ ਬਾਅਦ ਕੀ ਕੋਈ ਤਬਦੀਲੀ ਕੀਤੀ ਜਾਂਦੀ ਹੈ ਜਾਂ ਕੀ ਗੱਲਬਾਤ ਹੁੰਦੀ ਹੈ, ਉਹ ਅੱਗੇ ਫੈਸਲਾ ਲਿਆ ਜਾਵੇਗਾ। ਪਰ ਜਿਹੜੀ ਇੱਥੇ ਜਾਣਕਾਰੀ ਦਿੱਤੀ ਗਈ ਹੈ, ਉਸ ਜਾਣਕਾਰੀ ਦੇ ਮੁਤਾਬਕ ਇਸੇ ਤਰ੍ਹਾਂ ਹਰ ਰੋਜ਼ ਇੱਕ ਜਥਾ ਆਏਗਾ, 31 ਮੈਂਬਰੀ ਜਥਾ ਆਏਗਾ ਔਰ ਉਹ ਜਥਾ ਇਸੇ ਤਰ੍ਹਾਂ ਇੱਥੇ ਚੰਡੀਗੜ੍ਹ ਬਾਰਡਰ ਤੇ ਪਹੁੰਚੇਗਾ, ਪ੍ਰੋਟੈਸਟ ਕਰੇਗਾ, ਸ਼ਾਂਤਮਈ ਤਰੀਕੇ ਨਾਲ ਆ ਕੇ ਜਾਪ ਕੀਤਾ ਜਾਵੇਗਾ, ਸਤਨਾਮ ਵਾਹਿਗੁਰੂ ਦਾ ਜਾਪ ਹੋਵੇਗਾ, ਸੁਖਮਨੀ ਸਾਹਿਬ ਦਾ ਪਾਠ ਹੋਵੇਗਾ ਔਰ ਪਾਠ ਕਰਨ ਉਪਰੰਤ ਇੱਥੋਂ ਵਾਪਸ ਰਵਾਨਗੀ। ਅਗਰ ਹਿਰਾਸਤ ਲੈਣਾ ਚਾਹੁੰਦੀ ਹੈ ਪੁਲਿਸ ਹਿਰਾਸਤ ਲੈ ਸਕਦੀ ਹੈ, ਗ੍ਰਿਫਤਾਰ ਕਰਨਾ ਚਾਹੁੰਦੀ ਹੈ ਗ੍ਰਿਫਤਾਰ ਕਰ ਸਕਦੀ ਹੈ। ਅਗਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਫਿਰ ਇੱਥੋਂ ਅੱਜ ਦੀ ਤਰ੍ਹਾਂ ਜਿਵੇਂ ਅੱਜ ਵਾਪਸ ਗਏ ਨੇ ਤਾਂ ਅੱਜ ਵਾਂਗ ਹਰ ਰੋਜ਼ ਇੱਥੇ 2 ਘੰਟੇ ਜਾਪ ਕਰਨ ਤੋਂ ਬਾਅਦ ਪਾਠ ਕਰਨ ਤੋਂ ਬਾਅਦ ਇੱਥੋਂ ਵਾਪਸੀ ਜਿਹੜੀ ਹੈ ਉਹ ਇਹ ਜਥਾ ਕਰਿਆ ਕਰੇਗਾ। ਪਰ ਉਸੇ ਤਰ੍ਹਾਂ ਜਥਾ ਜਿਹੜਾ ਹਰ ਰੋਜ਼ ਆਏਗਾ। ਫਿਲਹਾਲ ਦੀ ਘੜੀ ਜਿਹੜਾ ਫੈਸਲਾ ਲਿਆ ਗਿਆ
ਹਾਲਾਂਕਿ ਜੇ ਕੋਈ ਤਬਦੀਲੀ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ, ਕੋਈ ਨਵਾਂ ਪ੍ਰੋਗਰਾਮ ਲਿਖਿਆ ਜਾਂਦਾ ਤਾਂ ਉਸ ਬਾਰੇ ਮੋਰਚੇ ਤੇ ਮੀਟਿੰਗ ਹੋਵੇਗੀ। ਮੀਟਿੰਗ ਤੋਂ ਬਾਅਦ ਕੋਈ ਤਬਦੀਲੀ ਅਗਰ ਆਉਂਦੀ ਹੈ ਤਾਂ ਉਹ ਬਾਅਦ ਦੇ ਵਿੱਚ ਇਹਨਾਂ ਦੇ ਮੁਤਾਬਕ ਜਾਣਕਾਰੀ ਦਿੱਤੀ ਜਾਵੇਗੀ। ਪਰ ਹਾਲ ਫਿਲਹਾਲ ਦੀ ਘੜੀ ਜਿਹੜਾ ਹੁਣ ਤੱਕ ਦਾ ਫੈਸਲਾ ਇਹ ਹੋਇਆ ਕਿ ਜਥਾ ਇੱਥੋਂ ਵਾਪਸ ਜਾਏਗਾ, ਇੱਥੋਂ ਜਥਾ ਵਾਪਸ ਪੱਕੇ ਮੋਰਚੇ ਤੇ ਜਾਏਗਾ। ਔਰ ਕੱਲ ਵੀ ਇਸੇ ਤਰ੍ਹਾਂ ਜਿਵੇਂ ਅੱਜ ਇਹ ਜਥਾ ਆਇਆ ਉਸੇ ਤਰ੍ਹਾਂ ਕੱਲ ਵੀ 31 ਮੈਂਬਰੀ ਜਥਾ ਆਏਗਾ, ਇਸੇ ਜਗ੍ਹਾ ਤੇ ਆਏਗਾ। ਅਗਰ ਕੋਈ ਗ੍ਰਿਫਤਾਰ ਕਰਨਾ ਚਾਹੁੰਦਾ, ਹਿਰਾਸਤ 'ਚ ਲੈਣਾ ਚਾਹੁੰਦਾ ਤਾਂ ਲੈ ਸਕਦਾ, ਵਰਨਾ ਇੱਥੇ ਇਸੇ ਤਰ੍ਹਾਂ ਬੈਠਣਗੇ, ਪ੍ਰੋਟੈਸਟ ਕਰਨਗੇ ਔਰ ਇੱਥੋਂ ਵਾਪਸ ਚਲੇ ਜਾਣਗੇ। ਯਾਨੀ ਹੁਣ ਤੱਕ ਦੀ ਰਣਨੀਤੀ ਦੇ ਮੁਤਾਬਕ। ਔਰ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਸੀ ਉਹ ਸ਼ਾਂਤਮਈ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਅੱਜ ਪੂਰਾ ਹੋ ਗਿਆ। ਇੱਥੇ ਜਿਹੜਾ ਚੰਡੀਗੜ੍ਹ ਜਾਣ ਦਾ ਜਿਹੜਾ ਹੈਗਾ ਫੈਸਲਾ, ਜਿਸ ਤਰ੍ਹਾਂ ਹਮੇਸ਼ਾ ਕੀਤਾ ਜਾਂਦਾ, ਅੱਜ ਚੌਥਾ ਦਿਨ ਸੀ, ਤਾਂ ਅੱਜ ਫੈਸਲਾ ਇਹ ਹੋਇਆ ਕਿ ਹੁਣ ਇੱਥੋਂ ਇਹ ਜਥਾ ਵਾਪਸ ਜਾਏਗਾ। 4 ਵਜੇ ਦਾ ਟਾਈਮ ਸੀ, 4 ਵਜੇ ਤੋਂ ਬਾਅਦ ਅਰਦਾਸ ਕਰਕੇ ਚੱਲਿਆ ਸੀ ਔਰ ਇੱਥੇ ਸਮਾਂ ਪੂਰਾ ਹੋਣ ਤੋਂ ਬਾਅਦ ਫਿਰ ਤੋਂ ਅਰਦਾਸ ਬੇਨਤੀ ਹੋਈ ਹੈ। ਅਰਦਾਸ ਬੇਨਤੀ ਕਰਕੇ ਇੱਥੋਂ ਵਾਪਸੀ ਚਾਲੇ ਪਾਉਣੇ ਨੇ। ਹਾਲਾਂਕਿ ਹਲੇ ਹੋ ਸਕਦਾ 5-7 ਮਿੰਟ ਹੋਰ, ਕਿਉਂਕਿ ਜਾਪ ਕੀਤਾ ਜਾ ਰਿਹਾ, 5-7 ਮਿੰਟ ਹੋਰ ਲੱਗ ਸਕਦੇ ਨੇ। ਜਾਣਕਾਰੀ ਦਿੱਤੀ ਜਾ ਰਹੀ ਹੈ ਕਿਉਂਕਿ ਮੀਡੀਆ ਦੇ ਸਾਥੀ ਜਿਹੜੇ ਕੋਈ ਗੱਲ ਕਰਨੀ ਚਾਹੁੰਦਾ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਬੁਲਾਰੇ ਨੇ ਉਹ ਗੱਲਬਾਤ ਕਰ ਰਹੇ ਨੇ, ਇਸ ਕਰਕੇ ਕੁਝ ਮਿੰਟ ਹੋ ਸਕਦਾ ਹੋਰ ਲੱਗ ਜਾਣ। ਵਰਨਾ ਇੱਥੋਂ ਹੁਣ ਇਹ ਗੱਲ ਸਾਫ਼ ਹੋ ਚੁੱਕੀ ਹੈ, ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ ਕਿ ਜਥਾ ਇੱਥੋਂ ਵਾਪਸ ਜਾਏਗਾ ਪੱਕੇ ਮੋਰਚੇ ਤੇ। ਉੱਥੇ ਹੀ ਜਾ ਕੇ ਫਿਰ ਤੋਂ ਜਿਹੜਾ ਹੈਗਾ ਉਸੇ ਪ੍ਰੋਟੈਸਟ ਦਾ ਹਿੱਸਾ ਬਣੇਗਾ। ਕੱਲ ਹੁਣ ਨਵੇਂ 31 ਮੈਂਬਰ ਜਿਹੜੇ ਨੇ ਉਹਨਾਂ ਦੇ ਨਾਮ ਦੀ ਲਿਸਟ ਬਣੇਗੀ, ਉਸੇ ਤਰ੍ਹਾਂ ਦੀ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ। ਅੱਜ ਵਾਂਗ 31 ਮੈਂਬਰ ਜਿਹੜੇ ਇੱਥੇ ਆਉਣਗੇ ਕੱਲ, ਔਰ ਉਸੇ ਤਰ੍ਹਾਂ 12 ਵਜੇ ਤੋਂ ਬਾਅਦ ਔਰ ਪ੍ਰੋਟੈਸਟ ਜਿਹੜਾ ਉਹ ਪਹਿਲਾਂ ਵਾਂਗ ਕੰਟੀਨਿਊ ਰਹੇਗਾ ਜੀ। ਨਰਿੰਦਰ, ਜਿਵੇਂ ਕਿ ਮੋਰਚੇ ਦੇ ਆਗੂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਕਿ ਅੱਜ ਜਿਹੜੇ 31 ਮੈਂਬਰੀ ਜਥਾ ਹੈ ਉਹ ਕੀ ਉਹ ਚਾਹੁੰਦਾ ਸੀ ਕਿ 31 ਦੇ 31 ਮੈਂਬਰਾਂ ਨੂੰ ਜਿਹੜੇ ਸੀਐਮ ਰਿਹਾਇਸ਼ ਤੱਕ ਪਹੁੰਚਣ ਦੀ ਆਗਿਆ ਦਿੱਤੀ ਜਾਵੇ, ਜਾਂ ਇਸ ਪੱਧਰ ਤੇ ਕੋਈ ਗੱਲਬਾਤ ਆਪਸ ਦੇ ਵਿੱਚ ਹੋਈ ਜਾਂ ਸਹਿਮਤੀ ਕਿਉਂ ਨਹੀਂ ਬਣ ਸਕੀ? ਦੇਖੋ, ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਜਿਹੜੇ ਪਹੁੰਚੇ ਸੀ, ਸੀਨੀਅਰ ਪੁਲਿਸ ਅਫਸਰ ਜਿਹੜੇ ਉਹ ਆਏ ਸੀ, ਉਹਨਾਂ ਦੇ ਨਾਲ ਗੱਲਬਾਤ ਹੋਈ, ਤਾਲਮੇਲ ਹੋਇਆ। ਪਰ ਉਸ ਤਾਲਮੇਲ ਦੇ ਦੌਰਾਨ ਉਹ ਜਿਹੜੀ ਕੱਲ ਦੀ ਘਟਨਾ ਹੋਈ, ਕਿਤੇ ਨਾ ਕਿਤੇ ਉਹਦੇ ਕਰਕੇ ਜਿਹੜੀ ਮਨਾਂ ਦੇ ਵਿੱਚ ਖਟਾਸ ਹੈ ਜਿਹੜੀ ਉਹ ਪੈਦਾ ਹੋਈ। ਉਹ ਜਿਹੜੀ ਉਹ ਅੱਜ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਚਰਚਾ ਹੋ ਰਹੀ ਸੀ ਉਹਦੇ ਵਿੱਚ ਵੀ ਦੇਖਣ ਨੂੰ ਮਿਲੀ। ਹਾਲਾਂਕਿ ਸਾਰੀਆਂ ਆਫ ਦੀਆਂ ਰਿਕਾਰਡ ਚੀਜ਼ਾਂ ਨੇ, ਪਰ ਉਹਨਾਂ ਦੇ ਵਿੱਚੋਂ ਕੱਲ ਵਾਲੀ ਤਲਖੀ ਕਿਤੇ ਨਾ ਕਿਤੇ ਨਜ਼ਰ ਆਈ। ਇੱਕ ਦੂਜੇ ਨੂੰ ਬਲੇਮ ਆ ਜਿਹੜਾ ਉਹ ਕੀਤਾ ਜਾ ਰਿਹਾ ਸੀ। ਮੋਰਚੇ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੂੰ ਕੱਲ ਵਾਲੇ ਮਸਲੇ ਨੂੰ ਲੈ ਕੇ ਬਲੇਮ ਕੀਤਾ, ਜਿਹੜਾ ਪਥਰਾਅ ਵਾਲਾ ਇਨਸੀਡੈਂਟ ਹੋਇਆ ਉਹਨੂੰ ਲੈ ਕੇ ਬਲੇਮ ਕੀਤਾ। ਪਰ ਉਹਨਾਂ ਨੇ ਮੋਰਚੇ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਇਸ ਇਸ਼ੂ ਨੂੰ ਲੈ ਕੇ ਬਲੇਮ ਕਰਨ ਦੀ ਕੋਸ਼ਿਸ਼ ਕੀਤਾ। ਉਹ ਜਿਹੜਾ ਹੈਗਾ ਕਿਤੇ ਨਾ ਕਿਤੇ ਮਨ ਦੇ ਵਿੱਚ ਜਿਹੜੀ ਖਟਾਸ ਸੀ ਉਹ ਨਜ਼ਰ ਆਈ, ਉਹਨਾਂ ਦੇ ਵਿੱਚ ਸੀ ਅੱਜ ਵੀ। ਔਰ ਸ਼ਾਇਦ ਇਸੇ ਕਰਕੇ ਇੱਥੋਂ ਹੀ ਇਹ ਵਾਪਸ ਜਾ ਰਹੇ ਨੇ। ਜੇ ਦੋਨਾਂ ਧਿਰਾਂ ਦੇ ਸਹਿਮਤੀ ਬਣਦੀ ਤਾਂ ਇਹ ਵੀ ਹੋ ਸਕਦਾ ਸੀ ਕਿ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ, ਇੱਕ ਕਾਨੂੰਨੀ ਪ੍ਰਕਿਰਿਆ ਉਸ ਨੂੰ ਪੂਰਾ ਕਰ ਲਿਆ ਜਾਂਦਾ। ਪਰ ਕਿਉਂਕਿ ਦੋਨਾਂ ਧਿਰਾਂ ਦੇ ਵਿੱਚ ਹਲੇ ਕੱਲ ਵਾਲੀ ਤਲਖੀ ਦਾ ਅਸਰ ਕਿਤੇ ਨਾ ਕਿਤੇ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਅੱਜ ਜਿਸ ਤਰ੍ਹਾਂ ਦਾ ਮੈਨੇਜ ਹੋਇਆ, ਜਿਸ ਤਰ੍ਹਾਂ ਦਾ ਤਾਲਮੇਲ ਬਿਠਾਇਆ ਗਿਆ, ਖਾਸ ਕਰਕੇ ਪੰਜਾਬ ਪੁਲਿਸ ਨੇ ਜਿਸ ਤਰ੍ਹਾਂ ਦਾ ਮੋਹਾਲੀ ਬੈਰੀਅਰ ਤੇ ਚੀਜ਼ ਨੂੰ ਮੈਨੇਜ ਕਰਨ ਦੇ ਲਈ, ਇਸ ਪ੍ਰੋਟੈਸਟ ਨੂੰ ਮੈਨੇਜ ਕਰਨ ਦੇ ਲਈ ਜਿਹੜੀ ਪਹਿਲਾਂ ਅੱਜ ਜ਼ਿਆਦਾ ਕੋਸ਼ਿਸ਼ ਕੀਤੀ, ਤਾਂ ਉਸ ਨੂੰ ਲੈ ਕੇ ਲੱਗਦਾ ਹੈ। ਔਰ ਮੋਰਚੇ ਦੇ ਨਾਲ ਤਾਲਮੇਲ ਹੋਇਆ ਦੋਨਾਂ ਧਿਰਾਂ ਨੇ, ਪੰਜਾਬ ਪੁਲਿਸ, ਮੋਹਾਲੀ ਪੁਲਿਸ ਔਰ ਮੋਰਚੇ ਦੇ ਨੁਮਾਇੰਦੇ, ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਬਣਿਆ। ਉਸ ਤਾਲਮੇਲ ਦਾ ਨਤੀਜਾ ਅੱਜ ਇਹ ਨਿਕਲਿਆ ਕਿ 31 ਮੈਂਬਰ ਗਿਣ ਕੇ ਇੱਥੇ ਬੈਠੇ ਨੇ, ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ। ਔਰ ਚੰਡੀਗੜ੍ਹ ਦੇ ਬੈਰੀਅਰ ਤੋਂ ਕਰੀਬ 20 ਮੀਟਰ ਪਹਿਲਾਂ ਹੀ ਪੰਜਾਬ ਪੁਲਿਸ ਨੇ ਇਹਨਾਂ ਨੂੰ ਇੱਥੇ ਰੋਕਿਆ। ਜਿੱਥੇ ਰੋਕਿਆ ਉੱਥੇ ਹੀ ਬੈਠ ਗਏ, ਉੱਥੇ ਬੈਠ ਕੇ ਜਾਪ ਸ਼ੁਰੂ ਕੀਤਾ, ਪਾਠ ਕੀਤਾ, ਸੁਖਮਨੀ ਸਾਹਿਬ ਦਾ ਪਾਠ ਹੋਇਆ। ਪਾਠ ਉਪਰੰਤ ਚੰਡੀਗੜ੍ਹ ਪੁਲਿਸ ਦੇ ਬੇਸ਼ੱਕ ਦੇ ਨੁਮਾਇੰਦੇ ਪਹੁੰਚੇ ਜ਼ਰੂਰ, ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਹੋਈ, ਪਰ ਉਹਨਾਂ ਦੇ ਨਾਲ ਕੀਤੀ ਗੱਲਬਾਤ ਆ ਜਿਹੜੀ ਉਹ ਕਿਸੇ ਸਿਰੇ ਨਹੀਂ ਲੱਗੀ। ਔਰ ਅਖੀਰ ਫੈਸਲਾ ਇਹ ਹੋਇਆ ਕਿ ਇੱਥੋਂ ਵਾਪਸ ਜਿਹੜੀ ਆ ਰਵਾਨਗੀ ਪਾ ਦਿੱਤੀ ਜਾਵੇਗੀ। ਹੁਣ ਬੇਨਤੀ ਕਰ ਰਹੇ ਨੇ, ਸੁਣ ਲੈਣੇ। ਬਾਪੂ ਜੀ ਵੱਲੋਂ ਹੁਕਮ ਆਇਆ ਵੀ ਤੁਸੀਂ ਹੁਣ ਵਾਪਸ ਆ ਜਾਓ, ਫਿਰ ਆਪਾਂ ਮੀਟਿੰਗ ਕਰਾਂਗੇ, ਅਗਲੀ ਰਣਨੀਤੀ ਬਣਾ ਕੇ ਜਿਵੇਂ ਉਹ ਕਹਿਣਗੇ, ਪ੍ਰਬੰਧਕ ਕਹਿਣਗੇ, ਆਪਾਂ ਅਗਲੀ ਕਾਰਵਾਈ ਫਿਰ ਪਾਵਾਂਗੇ। ਠੀਕ ਹੈ ਜੀ, ਆਓ ਚਲੀਏ ਜੀ ਸਾਰੇ ਜੀ। ਬੋਲੇ ਸੋ ਨਿਹਾਲ। ਚਲੋ ਜੀ, ਵਾਪਸ ਚੱਲ ਪਏ ਨੇ, ਉੱਠ ਖੜੇ ਨੇ। ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਸੁਨੇਹੇ ਦੀ ਉਡੀਕ ਸੀ ਇਹਨਾਂ ਨੂੰ, ਔਰ ਉਹ ਸੁਨੇਹਾ ਜਿਹੜਾ ਹੈਗਾ ਉਹ ਲੱਗ ਗਿਆ, ਅਨਾਉਂਸ ਹੋ ਗਿਆ, ਐਲਾਨ ਹੋ ਗਿਆ। ਔਰ ਇੱਥੋਂ ਵਾਪਸ ਚਾਲੇ ਜਿਹੜੇ ਨੇ ਉਹ ਪਾ ਦਿੱਤੇ ਨੇ ਔਰ ਇਹ ਜਥਾ ਵਾਪਸ ਰਵਾਨਾ ਹੋ ਗਿਆ। ਇੱਥੋਂ ਪੱਕੇ ਮੋਰਚੇ ਤੇ ਜਾ ਕੇ ਫਿਰ ਤੋਂ ਮੀਟਿੰਗ ਹੋਵੇਗੀ, ਮੀਟਿੰਗ ਕੀਤੀ ਜਾਵੇਗੀ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਪ੍ਰਸ਼ਾਸਨ ਦੇ ਖਿਲਾਫ ਗੁੱਸਾ ਕੱਢਿਆ ਜਾ ਰਿਹਾ ਹੈ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਨਾਲ ਜੈਕਾਰੇ ਵੀ ਲਾਏ ਜਾ ਰਹੇ ਨੇ। ਔਰ ਇਹ ਤਸਵੀਰਾਂ ਨੇ 31 ਮੈਂਬਰੀ
ਜਥੇ ਦੀਆਂ ਜਿਹੜਾ ਹੁਣ ਵਾਪਸ ਰਵਾਨਾ ਹੋਇਆ। ਅਸੀਂ ਕਰੀਬ 12 ਵਜੇ ਤੋਂ ਅਸੀਂ ਦੇਖ ਰਹੇ ਸੀ ਕਿ ਪੂਰਾ ਘਟਨਾਕ੍ਰਮ ਜਿਹੜਾ ਸ਼ੁਰੂ ਹੋਇਆ 12 ਵਜੇ ਸ਼ੁਰੂ ਹੁੰਦਾ ਔਰ 12 ਵਜੇ ਤੋਂ ਬਾਅਦ ਕਰੀਬ 12:15 ਉੱਥੋਂ ਚੱਲਦੇ ਜਦੋਂ ਇੱਥੇ ਪਹੁੰਚਦੇ ਨੇ ਔਰ ਫਿਰ ਆ ਕੇ ਗੱਲਬਾਤ ਹੁੰਦੀ ਆ। ਉਸੇ ਜਗ੍ਹਾ ਤੇ ਬੈਠ ਕੇ ਪ੍ਰੋਟੈਸਟ ਸ਼ੁਰੂ ਕਰ ਦਿੰਦੇ ਨੇ। 2 ਦੇ ਕਰੀਬ ਦਾ ਸਮਾਂ ਹੋ ਜਾਂਦਾ, 2 ਤੋਂ 4 2 ਘੰਟੇ ਇੱਥੇ ਬੈਠ ਕੇ ਜਾਪ ਕਰਦਿਆਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਦੀ ਗੱਲ ਹੁੰਦੀ ਆ। 4 ਵਜੇ ਨੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਹੁੰਦੀ ਆ। ਗੱਲਬਾਤ ਕਿਸੇ ਸਿਰੇ ਨਹੀਂ ਲੱਗਦੀ, ਇੱਕ ਦੂਜੇ ਤੇ ਬਲੇਮ ਗੇਮ ਸ਼ੁਰੂ ਹੁੰਦੀ ਹੈ। ਰੋਸ ਦਿਖਾਇਆ ਜਾਂਦਾ ਔਰ ਰੋਸ ਉਪਰੰਤ ਆਖਰੀ ਫੈਸਲਾ ਇਹ ਹੁੰਦਾ ਜਿਹੜੇ ਮੋਰਚੇ ਦੇ ਆਗੂ ਆਖਰੀ ਫੈਸਲਾ ਲੈਂਦੇ ਨੇ ਕਿ ਭਾਈ ਇੱਥੋਂ ਵਾਪਸ ਆ ਜਾਓ। ਵਾਪਸੀ ਦਾ ਫੈਸਲਾ ਲਿਆ ਜਾਂਦਾ ਔਰ ਹੁਣ ਅਰਦਾਸ ਕਰਨ ਉਪਰੰਤ ਇੱਥੋਂ ਇਹ ਨੁਮਾਇੰਦੇ ਜਿਹੜੇ ਨੇ ਉਹ ਵਾਪਸ ਚੱਲ ਪੈਂਦੇ ਨੇ। ਉੱਥੇ ਇਨਸਾਫ ਮੋਰਚੇ ਤੇ ਆਮ ਆਦਮੀ ਪਾਰਟੀ ਦਾ ਬਿਆਨ ਵੀ ਸਾਹਮਣੇ ਆਇਆ। ਪ੍ਰਦਰਸ਼ਨ ਦਾ ਸਾਰਿਆਂ ਨੂੰ ਅਧਿਕਾਰ ਹੈ। ਆਮ ਆਦਮੀ ਪਾਰਟੀ ਦਾ ਬਿਆਨ ਸਾਹਮਣੇ ਆਇਆ ਕਿ ਪ੍ਰਦਰਸ਼ਨ ਕਰਨਾ ਸਾਰਿਆਂ ਦਾ ਅਧਿਕਾਰ ਹੈ, ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ। ਕਾਨੂੰਨ ਤੋੜਨ ਵਾਲਿਆਂ ਤੇ ਪੁਲਿਸ ਕਾਰਵਾਈ ਕਰੇਗੀ। ਸੀਐਮ ਹਮੇਸ਼ਾ ਸੰਵਾਦ ਦੇ ਲਈ ਤਿਆਰ ਨੇ। ਆਮ ਆਦਮੀ ਪਾਰਟੀ ਲਈ ਵੀ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਹਮੇਸ਼ਾ ਗੱਲਬਾਤ ਕਰਨ ਦੇ ਲਈ ਤਿਆਰ ਨੇ। ਸੀਐਮ ਅਜੇ ਚੰਡੀਗੜ੍ਹ ਦੇ ਵਿੱਚ ਨਹੀਂ ਨੇ। ਇਨਸਾਫ ਮੋਰਚੇ ਤੇ ਆਮ ਆਦਮੀ ਪਾਰਟੀ ਦਰਅਸਲ ਇਹ ਬਿਆਨ ਦਿੱਤਾ ਗਿਆ ਹੈ। ਆਪ ਦਾ ਕਹਿਣਾ ਹੈ ਕਿ ਸੀਐਮ ਗੱਲਬਾਤ ਕਰਨ ਦੇ ਲਈ ਤਿਆਰ ਨੇ, ਪਰ ਅਜੇ ਮੁੱਖ ਮੰਤਰੀ ਚੰਡੀਗੜ੍ਹ ਦੇ ਵਿੱਚ ਨਹੀਂ ਨੇ ਤੇ ਜਦੋਂ ਵੀ ਆਉਣਗੇ ਉਹ ਗੱਲਬਾਤ ਕਰਨ ਦੇ ਲਈ ਬਿਲਕੁਲ ਤਿਆਰ ਨੇ। ਪਰ ਨਾਲ ਹੀ ਕਿਹਾ ਗਿਆ ਪ੍ਰਦਰਸ਼ਨ ਦਾ ਸਾਰਿਆਂ ਨੂੰ ਅਧਿਕਾਰ ਹੈ, ਕਾਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੀਦਾ। ਕਾਨੂੰਨ ਤੋੜਨ ਵਾਲਿਆਂ ਤੇ ਪੁਲਿਸ ਕਾਰਵਾਈ ਕਰੇਗੀ। ਉਹਨਾਂ ਨੇ ਕਾਨੂੰਨ ਤੋੜਨ ਵਾਲਿਆਂ ਨੂੰ ਆਪ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਹੈ ਕਿ ਜਿਹੜਾ ਵੀ ਕਾਨੂੰਨ ਤੋੜੇਗਾ ਉਸ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਪਰ ਨਾਲ ਹੀ ਆਪ ਦਾ ਕਹਿਣਾ ਹੈ ਕਿ ਸੀਐਮ ਹਮੇਸ਼ਾ ਸੰਵਾਦ ਦੇ ਲਈ ਤਿਆਰ ਨੇ। ਕੌਮੀ ਇਨਸਾਫ ਮੋਰਚੇ ਦੀਆਂ ਜੋ ਵੀ ਮੰਗਾਂ ਨੇ ਪੰਜਾਬ ਸਰਕਾਰ ਤੱਕ, ਪੰਜਾਬ ਸਰਕਾਰ ਦੇ ਕੋਲ, ਉਸ ਨੂੰ ਲੈ ਕੇ ਸੀਐਮ ਹਮੇਸ਼ਾ ਸੰਵਾਦ ਕਰਨ ਦੇ ਲਈ, ਗੱਲਬਾਤ ਕਰਨ ਦੇ ਲਈ ਤਿਆਰ ਨੇ। ਆਪ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਜੇ ਚੰਡੀਗੜ੍ਹ ਵਿੱਚ ਨਹੀਂ ਨੇ। ਕੌਮੀ ਇਨਸਾਫ ਮੋਰਚੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ। ਉਹਦਾ ਕਹਿਣਾ ਹੈ ਕਿ ਪ੍ਰਦਰਸ਼ਨ ਦਾ ਸਾਰਿਆਂ ਨੂੰ ਅਧਿਕਾਰ ਹੈ ਤੇ ਮੁੱਖ ਮੰਤਰੀ ਸੰਵਾਦ ਕਰਨ ਦੇ ਲਈ, ਗੱਲਬਾਤ ਕਰਨ ਦੇ ਲਈ ਤਿਆਰ ਨੇ, ਪਰ ਫਿਲਹਾਲ ਮੁੱਖ ਮੰਤਰੀ ਚੰਡੀਗੜ੍ਹ ਦੇ ਵਿੱਚ ਮੌਜੂਦ ਨਹੀਂ ਨੇ। ਡੈਫੀਨਿਟਲੀ ਲਾਅ ਵਿਲ ਟੇਕ ਇਟਸ ਔਨ ਕੋਰਸ। ਕਾਨੂੰਨ ਕਿਸੇ ਨੂੰ ਨਹੀਂ ਹੱਥ 'ਚ ਲੈਣਾ ਚਾਹੀਦਾ। ਪੀਸਫੁਲ ਪ੍ਰੋਟੈਸਟ ਕਰਨਾ ਹਰੇਕ ਦਾ ਅਧਿਕਾਰ। ਕਿਉਂਕਿ ਐਫਆਈਆਰ ਰਜਿਸਟਰ ਹੋਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੁਹਾਲੀ ਵੱਲੋਂ ਵੀ ਕਈ ਸਾਰੀਆਂ ਧਾਰਾਵਾਂ ਲਗਾਈਆਂ ਗਈਆਂ। ਮੈਂ ਤਾਂ ਕਹਿ ਰਿਹਾ ਦੇਖੋ ਕਾਨੂੰਨ ਨੂੰ ਆਪਣੇ ਹੱਥ 'ਚ ਕਿਸੇ ਨੂੰ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਔਰ ਪੀਸਫੁਲ ਪ੍ਰੋਟੈਸਟ ਕਰਨਾ ਹਰੇਕ ਦਾ ਅਧਿਕਾਰ ਹੈ। ਇਹਦੇ 'ਚ ਜੋ ਵੀ ਉਹ ਕਹਿ ਰਹੇ ਕਿ ਸੀਐਮ ਨੂੰ ਮਿਲਣਾ ਚਾਹ ਰਹੇ ਹਾਂ, ਸੀਐਮ ਮਿਲ ਨਹੀਂ ਰਹੇ। ਸੀਐਮ ਸਾਹਿਬ ਤੇ ਹੈ ਹੀ ਨਹੀਂ ਅਜੇ ਚੰਡੀਗੜ੍ਹ